ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਵਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਪਾਰਟ ਆ ਚੁੱਕਿਆ ਜੀ। ਦੂਜੇ ਪਾਰਟ ਵਿੱਚ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਦਾ ਇਤਿਹਾਸ ਦੱਸਿਆ ਜਾਵੇਗਾ। ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਉਦੇ ਜੀ ਤੇ ਭਾਈ ਗੁਰਦਿੱਤਾ ਜੀ ਨੂੰ 5 ਪੈਸੇ ਤੇ ਨਾਰੀਅਲ ਦੇ ਕੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਸਿੱਖਾਂ ਦੇ 10ਵੇਂ ਗੁਰੂ ਵਜੋਂ ਐਲਾਨਿਆ। ਗੁਰੂ ਗੋਬਿੰਦ ਰਾਏ ਜੀ ਇਸ ਵੇਲੇ 9 ਸਾਲ ਦੇ ਸਨ। ਉਹਨਾਂ ਦੀ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਸੀ। ਆਪ ਜੀ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸੀ, ਜਿਨ੍ਹਾਂ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤਾਂ ਦਾ ਸੀ। ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਉਹਨਾਂ ਦੀਆਂ ਵਿਰੋਧੀ ਸ਼ਕਤੀਆਂ ਦੀ ਵੀ ਕੋਈ ਕਮੀ ਨਹੀਂ ਸੀ। ਉਹਨਾਂ ਦੇ ਆਪਣੇ ਧੀਰਮੱਲ ਤੇ ਰਾਮ ਰਾਏ, ਪਹਾੜੀ ਰਾਜੇ ਮਹਾਰਾਜੇ, ਸਰਹੰਦ ਦਾ ਨਵਾਬ ਵਜ਼ੀਰ ਖਾਨ, ਜਿਸ ਨੇ ਜਿਹਾਦ ਦਾ ਨਾਅਰਾ ਲਗਾ ਕੇ ਬਹੁਤ ਸਾਰੇ ਮੁਸਲਮਾਨਾਂ ਨੂੰ ਇਕੱਠਾ ਕੀਤਾ ਸੀ, ਨਕਸ਼ਬੰਦੀ, ਜੋ ਗੁਰੂ ਅਰਜਨ ਦੇਵ ਜੀ ਦੇ ਵਕਤ ਤੋਂ ਹੀ ਗੁਰੂ ਸਾਹਿਬਾਨਾਂ ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ, ਤੇ ਔਰੰਗਜ਼ੇਬ ਖੁਦ, ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ, ਇਸ ਵਕਤ ਤੱਕ ਮੁਗਲ ਹੁਕਮਰਾਨਾਂ ਦੇ ਜ਼ੁਲਮ ਤੇ ਅਤਿਆਚਾਰ ਬਰਦਾਸ਼ਤ ਤੋਂ ਬਾਹਰ ਹੋ ਚੁੱਕੇ ਸਨ। ਰਾਜਿਆਂ ਮਹਾਰਾਜਿਆਂ ਤੇ ਉੱਚੀਆਂ ਜਾਤਾਂ ਦੇ ਲੋਕਾਂ ਦਾ ਨਿਸ਼ਾਨਾ ਆਪਣਾ ਸਵਾਰਥ ਸਿੱਧ ਕਰਨਾ ਤੇ ਐਸ਼ ਪ੍ਰਸਤੀ ਤੋਂ ਸਿਵਾ ਕੁਝ ਨਹੀਂ ਸੀ। ਕੌਮੀਅਤ ਤੇ ਆਜ਼ਾਦੀ ਦੀ ਭਾਵਨਾ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਗੁੰਮ ਹੋ ਚੁੱਕੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮੀ ਏਕਤਾ ਤੇ ਸਮਾਜਿਕ ਬਰਾਬਰੀ ਦਾ ਕਾਰਜ ਸੰਭਾਲਿਆ ਤਾਂ ਇੰਨੀਆਂ ਔਕੜਾਂ ਤੇ ਰੁਕਾਵਟਾਂ ਮੁਗਲ ਸਾਮਰਾਜ ਨੇ ਨਹੀਂ ਖੜੀਆਂ ਕੀਤੀਆਂ ਹੋਣਗੀਆਂ, ਜਿੰਨੀਆਂ ਕਿ ਪਹਾੜੀ ਰਾਜਿਆਂ ਨੇ। ਗੁਰੂ ਸਾਹਿਬ ਨੇ ਜ਼ੁਲਮਾਂ ਨਾਲ ਟੱਕਰ ਲੈਣ ਲਈ ਆਪਣੇ ਸਿੰਘਾਂ ਨੂੰ ਫੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਧਰਮ ਦੇ ਕਾਰਜਾਂ ਦੇ ਨਾਲ ਨਾਲ ਸ਼ਸਤਰ ਵਿੱਦਿਆ, ਸਵੇਰ ਸ਼ਾਮ ਦੇ ਜੋੜ ਮੇਲੇ, ਕਥਾ ਕੀਰਤਨ ਤੋਂ ਬਾਅਦ ਤਲਵਾਰ ਚਲਾਉਣਾ, ਤੀਰ ਅੰਦਾਜ਼ੀ ਤੇ ਸ਼ਿਕਾਰ ਕਰਨ ਦੀਆਂ ਵਿਉਂਤਾਂ ਤੇ ਅਭਿਆਸ ਕਰਾਉਣੇ ਚਾਲੂ ਕਰ ਦਿੱਤੇ। ਸਿੱਖਾਂ ਵਿੱਚ ਵੀਰ ਰਸ ਭਰਨ ਲਈ ਰਣਜੀਤ ਨਗਾਰਾ ਬਣਵਾਇਆ। 52 ਕਵੀ ਦਰਬਾਰ ਲਈ ਨਿਯੁਕਤ ਕੀਤੇ ਗਏ। ਸੰਗਤਾਂ ਨੂੰ ਸੁਨੇਹੇ ਭੇਜੇ ਕਿ ਕੋਈ ਹੋਰ ਭੇਟਾ ਲਿਆਉਣ ਦੀ ਬਜਾਏ ਘੋੜੇ, ਸ਼ਸਤਰ ਤੇ ਵਸਤਰ ਭੇਟਾ ਕਰਨ। ਗੁਰੂ ਸਾਹਿਬ ਨੇ ਸੈਨਾ ਵੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਜਿਹੜੇ ਸੂਰਮੇ 7ਵੇਂ 8ਵੇਂ ਗੁਰੂ ਸਾਹਿਬਾਨਾਂ ਵੇਲੇ ਘਰੋਂ ਘਰੀ ਚਲੇ ਗਏ ਸਨ, ਵਾਪਸ ਬੁਲਾ ਲਏ। ਹੋਰ ਬਹੁਤ ਸਾਰੇ ਹਿੰਦੂ, ਮੁਸਲਮਾਨ, ਸਿੱਖ, ਨੀਵੀਆਂ ਜਾਤੀਆਂ ਦੇ ਨਾਈ, ਸ਼ਿੰਬੇ, ਲੁਹਾਰ, ਜੋ ਗੁਰੂ ਪ੍ਰਤੀ ਸ਼ਰਧਾ ਰੱਖਦੇ ਸੀ, ਗੁਰੂ ਸਾਹਿਬ ਕੋਲ ਨੌਕਰੀਆਂ ਕਰਨ ਆ ਗਏ, ਜਿਨ੍ਹਾਂ ਨੇ ਸਿਰਫ 2 ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇੱਕ ਜੋੜੇ ਦੀ ਮੰਗ ਕੀਤੀ। 11 ਸਾਲ ਦੀ ਉਮਰ ਵਿੱਚ ਪਹਿਲਾ ਵਿਆਹ ਹਰਜਨ ਖੱਤਰੀ ਦੀ ਪੁੱਤਰੀ ਮਾਤਾ ਜੀਤੋ ਜੀ ਨਾਲ ਹੋਇਆ, ਤੇ 18 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਮਾਤਾ ਸੁੰਦਰੀ ਜੀ ਨਾਲ ਹੋਇਆ, ਤੇ 34 ਸਾਲ ਦੀ ਉਮਰ ਵਿੱਚ ਮਾਤਾ ਸਾਹਿਬ ਕੌਰ ਦਾ ਕੁਆਰਾ ਡੋਲਾ ਗੁਰੂ ਘਰ ਵਿੱਚ ਆਇਆ, ਜੋ ਕਿ ਸਿਰਫ ਆਤਮਿਕ ਮੇਲ ਦੀ ਸ਼ਰਤ 'ਤੇ ਸੀ, ਕਿਉਂਕਿ ਭਾਈ ਰਾਮੂ ਨੇ ਬੇਨਤੀ ਕੀਤੀ ਕਿ ਮੈਂ ਜੰਮਦਿਆਂ ਸਾਰ ਹੀ ਆਪਣੀ ਬੇਟੀ ਨੂੰ ਦਿਲੋਂ ਤੁਹਾਡੇ ਸੰਗ ਪ੍ਰਵਾਨ ਕਰ ਚੁੱਕਾ ਹਾਂ। ਮਾਤਾ ਜੀਤੋ ਜੀ ਦੇ ਕੁੱਖੋਂ 3 ਪੁੱਤਰ
ਬਾਬਾ ਜੁਝਾਰ ਸਿੰਘ, ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਰ ਸਿੰਘ। 3 ਸਾਹਿਬਜ਼ਾਦੇ ਪੈਦਾ ਹੋਏ ਤੇ ਮਾਤਾ ਸੁੰਦਰੀ ਜੀ ਦੇ ਕੁੱਖੋਂ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਡੇ ਸਾਹਿਬਜ਼ਾਦੇ ਪੈਦਾ ਹੋਏ। ਗੁਰੂ ਸਾਹਿਬ ਦੀ ਪ੍ਰਸ਼ੰਸਾ ਸੁਣ ਕੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ। ਅਸਾਮ ਦੇਸ਼ ਦਾ ਇੱਕ ਰਾਜਵਾੜਾ ਜੋ ਗੁਰੂ ਤੇਗ ਬਹਾਦਰ ਦਾ ਸ਼ਰਧਾਲੂ ਸੀ, ਉਹਨਾਂ ਦੇ ਆਸ਼ੀਰਵਾਦ ਨਾਲ ਉਸਦੇ ਘਰ ਪੁੱਤਰ ਹੋਇਆ ਸੀ, ਪਰ ਗੁਰੂ ਸਾਹਿਬ ਦਾ ਆਨੰਦਪੁਰ ਜਾ ਕੇ ਸ਼ੁਕਰਾਨਾ ਕਰਨ ਦਾ ਚਾਅ ਦਿਲ ਵਿੱਚ ਲੈ ਕੇ ਹੀ ਮਰ ਗਿਆ। ਪੁੱਤਰ ਰਤਨ ਰਾਏ ਜਦ ਵੱਡਾ ਹੋਇਆ ਤਾਂ ਉਸਦੇ ਮਨ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚਾਹ ਜਾਗੀ, ਦਰਸ਼ਨਾਂ ਲਈ ਤਾਂਘ ਉੱਠੀ। ਤਦ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਚੁੱਕੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਸਨ। ਪੁੱਤਰ ਰਤਨ ਰਾਏ ਆਪਣੀ ਮਾਤਾ ਨਾਲ ਬਹੁਤ ਸਾਰੀਆਂ ਅਣਮੁੱਲੀਆਂ ਭੇਟਾਂ ਗੁਰੂ ਸਾਹਿਬ ਲਈ ਲੈ ਕੇ ਅਨੰਦਪੁਰ ਸਾਹਿਬ ਆਏ। ਇੱਕ ਪ੍ਰਸਾਦੀ ਹਾਥੀ ਲਿਆਂਦਾ ਜੋ ਸੁੰਡ ਨਾਲ ਮਾਲਕ ਦੇ ਪੈਰ ਧੋਂਦਾ, ਦੂਜਾ ਹੱਥ ਵਿੱਚ ਫੜਨ ਵਾਲੀ ਸੋਟੀ ਜਿਸ ਵਿੱਚੋਂ ਤਲਵਾਰ, ਤਮਾਚਾ, ਬਰਛੀ ਤੇ ਨੇਜਾ ਨਿਕਲ ਆਉਂਦੇ ਸਨ, ਤੀਜਾ ਕਟਾਰ, ਚੌਥਾ ਸੰਦਲ ਦੀ ਚੌਂਕੀ, ਪੰਜਵੀਂ ਭੇਟਾ 5 ਘੋੜੇ ਜੋ ਸੋਨੇ ਦੀਆਂ ਕਾਠੀਆਂ ਤੇ ਬਹੁਮੁੱਲੇ ਸਮਾਨ ਨਾਲ ਸਜੇ ਹੋਏ ਸਨ। ਕਾਬਲ ਦਾ ਇੱਕ ਸਿੱਖ ਸਾਹਿਬ ਵਾਸਤੇ ਬਹੁਮੁੱਲੀ ਚਾਨਣੀ ਬਣਵਾ ਕੇ ਲਿਆਇਆ ਜੋ ਮੁਗਲ ਬਾਦਸ਼ਾਹ ਦੀ ਚਾਨਣੀ ਨਾਲੋਂ ਵੀ ਕਿਤੇ ਵਧੀਆ ਸੀ। ਗੁਰੂ ਸਾਹਿਬ ਨੇ ਫੌਜੀ ਠਾਠ ਬਾਠ ਨੂੰ ਸੰਪੂਰਨ ਕਰਨ ਲਈ ਰਣਜੀਤ ਨਗਾਰਾ ਬਣਵਾਇਆ। ਜਦੋਂ ਯੋਧਿਆਂ ਨਾਲ ਸ਼ਿਕਾਰ ਖੇਡਣ ਜਾਣ ਤੋਂ ਪਹਿਲਾਂ ਵਜਾਉਂਦੇ ਤਾਂ ਇਸ ਦੀ ਗੂੰਜ ਨਾਲ ਪਹਾੜਾਂ ਦੀਆਂ ਡੂਨਾਂ ਗੂੰਜ ਉੱਠਦੀਆਂ ਤੇ ਸੁਣਨ ਵਾਲਿਆਂ ਦੇ ਹਿਰਦੇ ਕੰਬ ਉੱਠਦੇ। ਜਦੋਂ ਭੀਮ ਚੰਦ ਨੇ ਇਹ ਸਭ ਸੁਣਿਆ ਤਾਂ ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ। ਹਰ ਰੋਜ਼ ਰਣਜੀਤ ਨਗਾਰੇ ਦੀ ਆਵਾਜ਼ ਪਹਾੜਾਂ ਵਿੱਚ ਗੂੰਜਦੀ, ਜਿਸ ਨਾਲ ਗੁਰੂ ਸਾਹਿਬ ਦੇ ਵਿਰੋਧ ਵਿੱਚ ਕਾਫੀ ਚਰਚਾ ਸ਼ੁਰੂ ਹੋ ਗਈ। ਜਦੋਂ ਮਸੰਦਾਂ ਨੇ ਇਹ ਸੁਣਿਆ ਤਾਂ ਮਾਤਾ ਗੁਜਰੀ ਜੀ ਅੱਗੇ ਸ਼ਿਕਾਇਤ ਕੀਤੀ ਕਿ ਇਹ ਸਭ ਠੀਕ ਨਹੀਂ ਹੈ, ਇਸ ਨਾਲ ਪਹਾੜੀ ਰਾਜਿਆਂ ਨਾਲ ਬਖੇੜਾ ਸ਼ੁਰੂ ਹੋ ਸਕਦਾ ਹੈ। ਨਗਾਰੇ ਵਜਾਣੇ, ਘੋੜੇ ਦੀ ਸਵਾਰੀ ਕਰਨੀ, ਫੌਜਾਂ ਰੱਖਣੀਆਂ, ਸ਼ਿਕਾਰ ਖੇਡਣੇ, ਇਹ ਸਭ ਰਾਜੇ ਰਜਵਾੜਿਆਂ ਦਾ ਕੰਮ ਹੈ। ਫਕੀਰਾਂ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦੇ। ਪਹਿਲਾਂ ਹੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਕਰ ਦਿੱਤੇ ਗਏ ਹਨ, ਸਾਨੂੰ ਹੁਣ ਚੁੱਪਚਾਪ ਰਹਿਣਾ ਚਾਹੀਦਾ ਹੈ। ਮਾਤਾ ਜੀ ਨੂੰ ਕੁਝ ਗੱਲ ਸਮਝ ਆਈ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਮਸੰਦਾਂ ਦੀ ਆਤਮਾ ਗੁਰੂ ਧਨ ਖਾ ਕੇ ਮਲੀਨ ਹੋ ਚੁੱਕੀ ਹੈ, ਇਹ ਆਲਸੀ ਤੇ ਵਿਹਲੜ ਹੋ ਚੁੱਕੇ ਹਨ। ਔਰੰਗਜ਼ੇਬ ਚਾਹੁੰਦਾ ਹੈ ਕਿ ਲੋਕ ਅਧੀਨਗੀ ਕਬੂਲ ਕਰਨ, ਸਿਰ ਨਿਵਾ ਕਰਕੇ ਚੱਲਣ। ਮੈਂ ਇਹੋ ਜਿਹੇ ਸਰਦਾਰ ਪੈਦਾ ਕਰਾਂਗਾ ਜੋ ਸਿਰ ਉੱਚਾ ਕਰਕੇ ਤੁਰਨਗੇ। ਉਸਨੇ ਮੰਦਰ ਵਿੱਚ ਸ਼ੰਖ ਵਜਾਉਣ ਤੋਂ ਮਨਾਹੀ ਕੀਤੀ ਹੈ ਤੇ ਮੈਂ ਰਣਜੀਤ ਨਗਾਰੇ ਵਜਾਵਾਂਗਾ। ਅਸੀਂ ਹੁਣ ਇਹਨਾਂ ਤੋਂ ਡਰ ਕੇ ਰਹੀਏ, ਅਸੀਂ ਕਿਹੜਾ ਇਹਨਾਂ ਦਾ ਕੋਈ ਦੇਸ਼ ਮੱਲਿਆ ਹੈ ਕਿ ਉਹ ਸਾਡੇ ਨਾਲ ਅਕਾਰਨ ਝਗੜਾ ਕਰਨਗੇ। ਮਾਤਾ ਜੀ ਨਾਲ ਗੱਲ ਕਰਕੇ ਗੁਰੂ ਸਾਹਿਬ ਨੇ ਚੌਬਦਾਰ ਨੂੰ ਹੁਕਮ ਦਿੱਤਾ ਕਿ ਨਗਾਰਾ ਜ਼ੋਰ ਨਾਲ ਵਜਾਓ। ਚੌਬਦਾਰ ਨੇ ਨਗਾਰਾ ਇੰਨੇ ਜ਼ੋਰ ਨਾਲ ਵਜਾਇਆ ਕਿ ਆਂਢ ਗੁਆਂਢ ਦੀਆਂ ਡੂਨਾਂ ਕੰਬ ਉੱਠੀਆਂ। ਭੀਮ ਚੰਦ ਨੂੰ ਜਦ ਗੁਰੂ ਸਾਹਿਬ ਦੀਆਂ ਗਤੀਵਿਧੀਆਂ ਦਾ ਪਤਾ ਚੱਲਿਆ ਤਾਂ ਉਹ ਆਪ ਦਰਸ਼ਨਾਂ ਦੇ ਬਹਾਨੇ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ। ਮਹਿਮਾਨ ਬਤੌਰ ਪਸ਼ਮੀਨੇ ਦੀ ਕੀਮਤੀ ਚਾਨਣੀ ਹੇਠ ਉਸ ਦਾ ਉਤਾਰਾ ਕੀਤਾ ਗਿਆ। ਅਤਿਥੀ ਸਤਿਕਾਰ ਵਜੋਂ ਉਹ ਸਾਰੀਆਂ ਅਮੋਲਕ ਚੀਜ਼ਾਂ ਉਸ ਨੂੰ ਦਿਖਾਈਆਂ, ਜਿਸ ਨੂੰ ਦੇਖ ਕੇ ਉਹ ਰਹਿ ਨਾ ਸਕਿਆ। ਮਨ ਵਿੱਚ ਸੋਚਣ ਲੱਗਾ
ਇਹ ਸਾਰੀਆਂ ਚੀਜ਼ਾਂ ਤਾਂ ਮੇਰੇ ਕੋਲ ਹੋਣੀਆਂ ਚਾਹੀਦੀਆਂ ਹਨ। ਫਕੀਰਾਂ ਕੋਲ ਇਹਨਾਂ ਦਾ ਕੀ ਕੰਮ? ਇਹ ਸਾਰੀਆਂ ਚੀਜ਼ਾਂ ਹਥਿਆਉਣ ਦੇ ਬਹਾਨੇ ਸੋਚਣ ਲੱਗਾ। ਜਦੋਂ ਭੀਮ ਚੰਦ ਦੇ ਬੇਟੇ ਦੀ ਸਗਾਈ ਫਤਿਹ ਸ਼ਾਹ ਗੜਵਾਲੀਏ ਨਾਲ ਤੈਅ ਹੋਈ ਤਾਂ ਰਾਜਾ ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਇਸ ਖੁਸ਼ੀ ਦੇ ਮੌਕੇ ਗੁਰੂ ਸਾਹਿਬ ਕੋਲੋਂ ਚਾਂਦਨੀ ਤੇ ਪ੍ਰਸਾਦੀ ਹਾਥੀ ਉਧਾਰ ਮੰਗਣ ਲਈ ਭੇਜ ਦਿੱਤਾ। ਗੁਰੂ ਸਾਹਿਬ ਜੀ ਭੀਮ ਚੰਦ ਦੀ ਨੀਅਤ ਨੂੰ ਜਾਣ ਗਏ ਸਨ। ਉਹਨਾਂ ਨੇ ਨਾਂਹ ਕਰ ਦਿੱਤੀ। ਇਹ ਕਿਹਾ ਕਿ ਮੇਰੀਆਂ ਸੰਗਤਾਂ ਵੱਲੋਂ ਪਿਆਰ ਭੇਟਾ ਹੈ, ਇਸ ਨੂੰ ਮੈਂ ਕਿਸੇ ਹੋਰ ਨੂੰ ਨਹੀਂ ਦੇ ਸਕਦਾ। ਭੀਮ ਚੰਦ ਨੇ ਹੋਰ ਰਾਜਿਆਂ ਨਾਲ ਸਲਾਹ ਕਰਕੇ ਇੱਕ ਚਿੱਠੀ ਗੁਰੂ ਸਾਹਿਬ ਨੂੰ ਭੇਜੀ, ਜਾਂ ਤਾਂ ਤੁਸੀਂ ਇਹ ਚੀਜ਼ਾਂ ਭੇਜ ਕੇ ਸਾਡੀ ਅਧੀਨਤਾ ਕਬੂਲ ਕਰੋ ਜਾਂ ਅਨੰਦਪੁਰ ਸਾਹਿਬ ਖਾਲੀ ਕਰ ਦਿਓ। ਅਗਰ ਦੋਨਾਂ ਵਿੱਚੋਂ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਤਾਂ ਯੁੱਧ ਕਰਨ ਵਾਸਤੇ ਤਿਆਰ ਹੋ ਜਾਓ। ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰ ਉਹਨਾਂ ਦੀ ਅਣਖ, ਦਲੇਰੀ ਤੇ ਚੜ੍ਹਦੀ ਕਲਾ ਦਾ ਸਬੂਤ ਸੀ। ਅਨੰਦਪੁਰ ਸਾਡੇ ਗੁਰੂ ਪਿਤਾ ਦੀ ਮੁੱਲ ਖਰੀਦੀ ਥਾਂ 'ਤੇ ਉਸਰਿਆ ਹੈ, ਇਸ ਲਈ ਉੱਥੋਂ ਕੱਢਣ ਜਾਂ ਨਿਕਲਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਪਰ ਜੇ ਤੁਸੀਂ ਅਕਾਰਨ ਹੀ ਲੜਨ 'ਤੇ ਤੁਲੇ ਹੋਏ ਹੋ ਤਾਂ ਅਸੀਂ ਵੀ ਆਪਣੀ ਪੱਤ ਤੇ ਮਾਨਵੀ ਕਰਤੱਵ ਨਿਭਾਉਣ ਲਈ ਆਪ ਨਾਲ ਜੂਝਣ ਨੂੰ ਤਿਆਰ ਹਾਂ। ਜੇ ਲੋੜ ਪਵੇ ਤਾਂ ਹੱਥ ਵਿੱਚ ਤਲਵਾਰ ਪਕੜਨਾ ਖੱਤਰੀ ਦਾ ਧਰਮ ਹੈ। ਇਹ ਉੱਤਰ ਦੇ ਕੇ ਗੁਰੂ ਸਾਹਿਬ ਨੇ ਆਪਣੇ ਸਭ ਸੂਰਮਿਆਂ ਨੂੰ ਗੋਲੀ ਸਿੱਕਾ ਵੰਡ ਦਿੱਤਾ ਤੇ ਯੁੱਧ ਦੀਆਂ ਤਿਆਰੀਆਂ ਕਰਨ ਵਿੱਚ ਜੁਟ ਗਏ। ਅੰਮ੍ਰਿਤ ਵੇਲੇ ਕਥਾ ਕੀਰਤਨ ਤੋਂ ਬਾਅਦ ਇਤਿਹਾਸਕ ਗ੍ਰੰਥਾਂ ਜਿਵੇਂ ਭਾਗਵਤ ਗੀਤਾ, ਪੁਰਾਣ, ਚੰਡੀ ਚਰਿੱਤਰ, ਰਾਮਾ ਅਵਤਾਰ ਆਪਣੇ ਕਵੀਆਂ ਪਾਸੋਂ ਸੁਣਨੇ ਅਤੇ ਸਰਲ ਭਾਸ਼ਾ ਵਿੱਚ ਅਨੁਵਾਦ ਕਰਾਉਣੇ ਸ਼ੁਰੂ ਕਰ ਦਿੱਤੇ। ਤ੍ਰਿਪਹਿਰੇ ਦਾ ਦੀਵਾਨ ਲਗਾ ਕੇ ਯੋਧਿਆਂ ਨੂੰ ਪਿਛਲੇ ਜੰਗਾਂ ਯੁੱਧਾਂ ਦੇ ਪ੍ਰਸੰਗ ਸੁਣਾਉਣੇ, ਘੋੜ ਸਵਾਰੀ, ਸ਼ਾਸਤਰਾਂ ਦੀ ਸਿੱਖਿਆ ਦੇਣੀ ਤੇ ਅਭਿਆਸ ਕਰਾਉਣੇ, ਬਾਹਰੋਂ ਆਈਆਂ ਸੰਗਤਾਂ ਨੂੰ ਉਪਦੇਸ਼ ਦੇਣੇ, ਸ਼ਿਕਾਰ ਖੇਡਣ ਜਾਣਾ ਤੇ ਨਾਲ ਹੀ ਯੋਧਿਆਂ ਨੂੰ ਯੁੱਧ ਦਾ ਅਭਿਆਸ ਕਰਵਾਉਂਦੇ ਰਹਿਣਾ। ਸਿੱਖ ਸੰਗਤ ਪ੍ਰਤੀ ਪਿਆਰ ਭਰਿਆ ਹੁਕਮ ਸੀ। ਧਨ ਦੀ ਜਗ੍ਹਾ ਸ਼ਸਤਰ, ਵਸਤਰ ਤੇ ਘੋੜੇ ਭੇਟਾ ਵਜੋਂ ਲਿਆਉਣ ਤੇ ਜਵਾਨਾਂ ਵਾਸਤੇ ਸੀ, ਤੇ ਜਵਾਨਾਂ ਵਾਸਤੇ ਹੁਕਮ ਸੀ ਕਿ ਉਹ ਆਪਣੀਆਂ ਜਵਾਨੀਆਂ ਭੇਟ ਕਰਨ। ਦੋਨੋਂ ਤਰਫੋਂ ਤਿਆਰੀਆਂ ਸ਼ੁਰੂ ਹੋ ਗਈਆਂ। ਭੀਮ ਚੰਦ ਨੇ ਇਹਨਾਂ ਗਤੀਵਿਧੀਆਂ ਨੂੰ ਵਿਦਰੋਹ ਤੇ ਬਗਾਵਤ ਸਮਝਿਆ। ਉਸਨੇ ਰਾਜਾ ਨੂੰ ਉਕਸਾਇਆ। ਰਾਜਾ ਮੇਦਨੀ ਪ੍ਰਕਾਸ਼, ਜੋ ਗੁਰੂ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਉਹਨਾਂ ਦਾ ਸ਼ਰਧਾਲੂ ਵੀ ਸੀ, ਉਸਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿੱਚ ਆਉਣ ਦਾ ਸੱਦਾ ਦਿੱਤਾ ਤੇ ਕਿਹਾ, ਭੀਮ ਚੰਦ ਤੁਹਾਡੇ ਨਾਲ ਨਿੱਤ ਝਗੜੇ ਦੀਆਂ ਗੱਲਾਂ ਕਰਦਾ ਹੈ, ਇਸ ਕਰਕੇ ਤੁਸੀਂ ਮੇਰੇ ਰਾਜ ਵਿੱਚ ਆ ਜਾਓ, ਜਿੱਥੇ ਚਾਹੋ ਨਿਵਾਸ ਕਰੋ। ਇਹ ਸਾਰਾ ਇਲਾਕਾ ਤੁਹਾਡੀ ਹੀ ਕਿਰਪਾ ਨਾਲ ਹੈ। ਜਦੋਂ ਮਾਤਾ ਗੁਜਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਗੁਰੂ ਸਾਹਿਬ ਨੂੰ ਕੁਝ ਚਿਰ ਨਾਹਣ ਜਾਣ ਲਈ ਕਿਹਾ। ਮਾਤਾ ਜੀ ਦੇ ਜ਼ੋਰ ਦੇਣ 'ਤੇ ਗੁਰੂ ਸਾਹਿਬ ਨਾਹਣ ਆ ਗਏ। ਮੇਦਨੀ ਪ੍ਰਕਾਸ਼ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਇਹ ਸਾਰਾ ਦੇਸ਼ ਆਪ ਜੀ ਦਾ ਹੈ, ਜਿੱਥੇ ਆਪ ਚਾਹੋ ਆਪ ਜੀ ਦਾ ਨਿਵਾਸ ਸਥਾਨ ਬਣਾ ਦਿੱਤਾ ਜਾਵੇਗਾ। ਜਮਨਾ ਕਿਨਾਰੇ ਇੱਕ ਸੁੰਦਰ ਜਗ੍ਹਾ ਦੇਖ ਕੇ ਗੁਰੂ ਸਾਹਿਬ ਲਈ ਕਿਲ੍ਹਾ ਬਣਾ ਦਿੱਤਾ ਤੇ ਸਾਜੋ ਸਮਾਨ ਨਾਲ ਭਰ ਦਿੱਤਾ। ਇੱਥੇ ਆਪ ਜੀ ਨੇ ਕਈ ਹੋਰ ਨੌਕਰ ਰੱਖ ਲਏ, ਘੋੜੇ ਤੇ ਸ਼ਸਤਰ ਖਰੀਦੇ, ਜਵਾਨਾਂ ਨੂੰ ਭਰਤੀ ਕੀਤਾ। 582 ਪਠਾਨ ਜੋ ਕਦੇ ਸ਼ਾਹੀ ਫੌਜਾਂ ਵਿੱਚੋਂ ਕੱਢੇ ਗਏ ਸੀ, ਆਪਣੀ ਰੋਜੀ ਰੋਟੀ ਲਈ ਪੀਰ ਬੁੱਧੂ ਸ਼ਾਹ ਦੇ ਰਾਹੀਂ ਗੁਰੂ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਗਏ, ਜਿਨ੍ਹਾਂ ਵਿੱਚੋਂ 5 ਜਰਨੈਲ ਕਾਲੇ ਖਾਨ, ਨਜਾਬਤ ਖਾਨ, ਭੀਖਣ ਖਾਨ, ਹਯਾਤ ਖਾਨ ਤੇ ਨਾਹਰ ਖਾਨ, ਜਿਨ੍ਹਾਂ ਨਾਲ 100 ਦੀ ਫੌਜ ਸੀ। ਮਹੰਤ ਕਿਰਪਾਲ ਵੀ ਆਪਣੇ ਨਾਲ 500 ਉਦਾਸੀ ਚੇਲਿਆਂ ਨੂੰ ਲੈ ਕੇ ਗੁਰੂ ਸਾਹਿਬ ਦੀ ਫੌਜ ਵਿੱਚ ਆ ਰਲੇ। ਹੋਰ ਵੀ ਬਹੁਤ ਸਾਰੇ ਜਵਾਨ ਭਰਤੀ ਹੋ ਗਏ। ਔਰੰਗਜ਼ੇਬ ਵੱਲੋਂ
ਰਾਗ ਰੰਗ ਤੇ ਮਹਿਫਲਾਂ ਤੇ ਪਾਬੰਦੀ ਲੱਗਣ ਕਰਕੇ ਕਵੀਆਂ ਨੇ ਗੁਰੂ ਘਰ ਨੂੰ ਆਪਣਾ ਟਿਕਾਣਾ ਬਣਾ ਲਿਆ। ਸੈਨਾਪਤੀ ਕੰਗਣ ਤੇ ਭਾਈ ਨੰਦ ਲਾਲ ਵਰਗੇ ਕਈ ਕਵੀ ਦਰਬਾਰ ਵਿੱਚ ਪਹੁੰਚੇ। ਰੋਜ਼ ਕਵਿਤਾਵਾਂ ਉਚਾਰੀਆਂ ਜਾਂਦੀਆਂ, ਦੀਵਾਨ ਲੱਗਦੇ, ਵਿਚਾਰਾਂ ਹੁੰਦੀਆਂ ਤੇ ਜੰਗੀ ਖੇਡਾਂ ਖੇਡੀਆਂ ਜਾਂਦੀਆਂ। ਇਸ ਸਥਾਨ ਦਾ ਨਾਮ ਪਾਵਟਾ ਸਾਹਿਬ ਪੈ ਗਿਆ। ਇੱਥੇ ਆ ਕੇ ਗੁਰੂ ਸਾਹਿਬ ਦੀ ਸੈਨਿਕ ਸ਼ਕਤੀ ਵੱਧ ਗਈ। ਉਹਨਾਂ ਦੇ ਸ਼ੌਂਕ ਵੀ 22 ਧਾਰ ਰਾਜਿਆਂ ਨਾਲੋਂ ਕਿਤੇ ਵੱਧ ਸੀ। ਸਰਗਰਮੀਆਂ ਵੀ ਬਾਦਸ਼ਾਹ ਵਾਲੀਆਂ ਸਨ। ਲੈਣ ਦੇਣ ਵੀ ਕੀਮਤੀ ਸੀ। ਰਾਜਾ ਫਤਿਹ ਚੰਦ ਦੀ ਲੜਕੀ ਦੇ ਵਿਆਹ ਸਮੇਂ ਭੇਜੇ ਤੋਹਫੇ, ਜਿਨ੍ਹਾਂ ਵਿੱਚ ਇੱਕ ਹਾਰ ਦੀ ਕੀਮਤ 1.25 ਲੱਖ ਸੀ। ਰਾਜਾ ਫਤਿਹ ਚੰਦ ਤੇ ਮੇਦਨੀ ਪ੍ਰਕਾਸ਼ ਗੁਆਂਢੀ ਸਨ, ਪਰ ਉਹਨਾਂ ਦਾ ਆਪਸ ਵਿੱਚ ਰਿਸ਼ਤਾ ਠੀਕ ਨਹੀਂ ਸੀ। ਗੁਰੂ ਸਾਹਿਬ ਨੇ ਦੋਨੋਂ ਰਾਜਿਆਂ ਦੀ ਆਪਸ ਵਿੱਚ ਸੁਲਾਹ ਕਰਾ ਦਿੱਤੀ। ਇੱਥੇ ਹੀ ਰਾਮ ਰਾਏ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਆਏ। ਮਿਲਣ ਦੀ ਥਾਂ ਜਮਨਾ ਦਰਿਆ ਵਿੱਚ ਇੱਕ ਬੇੜੀ ਸੀ। ਰਾਮ ਰਾਏ ਨੇ ਮਸੰਦਾਂ ਦੀ, ਜੋ ਉਸ ਦੀ ਮਰਨ ਦੀ ਧਾਕ ਵਿੱਚ ਬੈਠੇ ਸੀ, ਤਾਂ ਕਿ ਉਸ ਦੀ ਜਾਇਦਾਦ ਹੜੱਪ ਸਕਣ, ਸਾਰੀ ਮਿੱਥਿਆ ਸੁਣਾਈ ਤੇ ਆਪਣੀ ਪਤਨੀ ਪੰਜਾਬ ਕੌਰ ਦੀ ਜ਼ਿੰਮੇਦਾਰੀ ਆਪਣੇ ਕਾਲ ਚਲਾਣਾ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਸੌਂਪ ਦਿੱਤੀ। ਇੱਕ ਦਿਨ ਜਦ ਰਾਮ ਰਾਏ ਸਮਾਧੀ ਵਿੱਚ ਲੀਨ ਸਨ ਤਾਂ ਮਸੰਦਾਂ ਨੇ ਉਸ ਨੂੰ ਮੁਰਦਾ ਕਹਿ ਕੇ ਜਲਾ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਦੀ ਖੂਬ ਨਿੰਦਾ ਕੀਤੀ ਤੇ ਉਹਨਾਂ ਤੋਂ ਬਦਲਾ ਵੀ ਲਿਆ। ਭੀਮ ਚੰਦ ਦੇ ਪੁੱਤਰ ਦੇ ਵਿਆਹ ਦਾ ਦਿਨ ਤੈਅ ਹੋ ਗਿਆ। ਭੀਮ ਚੰਦ ਜਦੋਂ ਬਰਾਤ ਲੈ ਕੇ ਆਇਆ, ਜਿਸ ਵਿੱਚ ਪਹਾੜੀ ਰਾਜੇ ਤੇ ਉਹਨਾਂ ਦੀਆਂ ਫੌਜਾਂ ਵੀ ਸਨ, ਜਿਸ ਦਾ ਲਾਂਘਾ ਪਾਉਂਟਾ ਸਾਹਿਬ ਵਿੱਚੋਂ ਸੀ, ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਰਾਹ ਰੋਕ ਲਿਆ ਤੇ ਕਿਹਾ, ਕਿਸੇ ਰਾਜੇ ਦੀਆਂ ਫੌਜਾਂ ਸਾਡੇ ਨਿਵਾਸ ਸਥਾਨ ਤੋਂ ਨਹੀਂ ਲੰਘ ਸਕਦੀਆਂ। ਭੀਮ ਚੰਦ ਨੇ ਮਿੰਨਤ ਕੀਤੀ ਕਿ ਦੂਸਰਾ ਰਾਹ ਬਹੁਤ ਲੰਬਾ ਹੈ, ਮੂਹਰਤ ਦਾ ਵਕਤ ਨਿਕਲ ਜਾਏਗਾ। ਗੁਰੂ ਸਾਹਿਬ ਨੇ ਲੜਕੇ ਤੇ 5-7 ਹੋਰ ਬੰਦਿਆਂ ਨੂੰ ਲੰਘਣ ਦਾ ਰਸਤਾ ਦੇ ਦਿੱਤਾ ਤੇ ਬਾਕੀ ਬਰਾਤ ਨੂੰ ਵਾਪਸ ਮੋੜ ਦਿੱਤਾ। ਭੀਮ ਚੰਦ ਨੂੰ ਗੁੱਸਾ ਤਾਂ ਆਇਆ, ਪਰ ਉਹ ਕੁਝ ਨਹੀਂ ਕਰ ਸਕਿਆ। ਭੀਮ ਚੰਦ ਨੇ ਫਤਿਹ ਚੰਦ ਨੂੰ ਗੁਰੂ ਵਿਰੁੱਧ ਉਕਸਾਇਆ, ਜੋ ਉਸ ਦਾ ਕੁੜਮ ਬਣ ਚੁੱਕਿਆ ਸੀ, ਤੇ ਗੁਰੂ ਸਾਹਿਬ ਦੇ ਭੇਜੇ ਤੋਹਫੇ ਵਾਪਸ ਕਰਾ ਦਿੱਤੇ ਅਤੇ ਉਸ ਨੂੰ ਗੁਰੂ ਸਾਹਿਬ 'ਤੇ ਹੱਲਾ ਬੋਲਣ ਵਾਸਤੇ ਵੀ ਕਿਹਾ। ਫਤਿਹ ਸ਼ਾਹ ਤਿਆਰ ਨਹੀਂ ਸੀ, ਪਰ ਭੀਮ ਚੰਦ ਨੇ ਡੋਲਾ ਨਾ ਲਿਜਾਣ ਦੀ ਧਮਕੀ ਦਿੱਤੀ। 15 ਰਾਜਿਆਂ ਦੀਆਂ ਫੌਜਾਂ ਨੇ ਫਤਿਹ ਚੰਦ ਦੀ ਅਗਵਾਈ ਹੇਠ ਅਚਾਨਕ ਗੁਰੂ ਸਾਹਿਬ 'ਤੇ ਹੱਲਾ ਬੋਲ ਦਿੱਤਾ, ਜਿਸ ਨੂੰ ਭੰਗਾਣੀ ਦਾ ਯੁੱਧ ਕਿਹਾ ਜਾਂਦਾ ਹੈ। ਇਹ ਪਹਿਲਾ ਯੁੱਧ ਸੀ ਜਿੱਥੇ ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਸਾਂਝਾ ਖੂਨ ਡੋਲਿਆ। 1688 ਵਿੱਚ ਪਾਉਂਟਾ ਸਾਹਿਬ ਤੋਂ ਕੋਈ 6 ਮੀਲ ਦੀ ਦੂਰੀ 'ਤੇ ਫਤਿਹ ਸ਼ਾਹ ਤੇ ਉਸਦੇ ਸਾਥੀਆਂ ਨੇ ਬਿਨਾਂ ਕਿਸੇ ਕਾਰਨ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। 22 ਸਾਲ ਦੇ ਗੁਰੂ ਸਾਹਿਬ ਨੂੰ ਪਹਿਲੀ ਵਾਰ ਫੌਜ ਦੀ ਕਮਾਂਡ ਕਰਦਿਆਂ ਤੇ ਜੂਝਦਿਆਂ ਵੇਖਿਆ। ਗੁਰੂ ਦੀ ਫੌਜ ਵਿੱਚੋਂ ਜਦੋਂ ਪਠਾਣਾਂ ਨੇ ਤੇ ਉਦਾਸੀਆਂ ਨੇ ਰਾਜਿਆਂ ਦੀ ਇੰਨੀ ਲੰਮੀ ਚੌੜੀ ਫੌਜ ਦੇਖੀ ਤਾਂ ਘਬਰਾ ਗਏ। ਕੁਝ ਬੈਰੀਆਂ ਨਾਲ ਮਿਲ ਗਏ ਤੇ ਕਈਆਂ ਨੇ ਹਥਿਆਰ ਸੁੱਟ ਦਿੱਤੇ। ਇਹ ਸਭ ਦੇਖ ਕੇ ਫੌਜ ਦੇ ਹੌਸਲੇ ਵੀ ਪਸਤ ਹੋ ਗਏ। ਗੁਰੂ ਸਾਹਿਬ ਨੇ ਦੇਖਿਆ ਉਹ ਘਾਬਰੇ ਨਹੀਂ ਤੇ ਨਾ ਹੀ ਹਿੰਮਤ ਹਾਰੀ। ਅੱਗੇ ਵੱਧ ਕੇ ਆਪਣੀ ਫੌਜ ਨੂੰ ਧੀਰਜ ਦਿੰਦਿਆਂ ਕਿਹਾ, ਸਾਥੀਓ ਤੇ ਸੇਵਕੋ, ਚਿੰਤਾ ਕਾਹਦੀ, ਘਾਬਰੇ ਕਿਉਂ ਹੋ? ਬੰਦਿਆਂ ਦੇ ਆਸਰੇ ਤਾਂ ਅਸਾਂ ਨੇ ਪਹਿਲਾਂ ਹੀ ਨਹੀਂ ਸੀ ਲੜਨਾ, ਅਸਾਂ ਨੇ ਤਾਂ ਰੱਬ ਦੇ ਆਸਰੇ ਜੂਝਣਾ ਸੀ। ਉਹ ਰੱਬ ਅੱਜ ਵੀ ਸਾਡੇ ਨਾਲ ਹੈ, ਇਸ ਲਈ ਸਾਡੀ ਜਿੱਤ ਯਕੀਨੀ ਹੈ। ਜੇ ਕਿਸੇ ਨੇ ਵੀ ਉਸ ਦੇ ਅੰਗ ਸੰਗ ਸਹਾਈ ਹੋਣ ਦਾ ਨਿਸ਼ਚਾ ਨਾ ਹੋਵੇ, ਜਿਸ ਕਿਸੇ ਨੇ ਵੀ ਮਗਰੋਂ ਪਿੱਠ ਦਿਖਾ ਦੇਣੀ ਹੈ, ਜੋ ਕਾਇਰ ਹੈ, ਕਮਜ਼ੋਰ ਹੈ,
ਉਹ ਹੁਣੇ ਇੱਥੋਂ ਨਿਸੰਗ ਹੋ ਕੇ ਚਲਾ ਜਾਏ। ਅਸਾਂ ਤਾਂ ਪੈਰ ਹੁਣ ਪਿੱਛੇ ਨਹੀਂ ਪਾਉਣਾ। ਇਸ ਜ਼ਬਰ ਤੇ ਅਨਿਆਂ ਦਾ ਡਟ ਕੇ ਮੁਕਾਬਲਾ ਕਰਨਾ ਹੈ, ਆਖਰੀ ਦਮ ਤੱਕ ਕਰਨਾ ਹੈ। ਉਸ ਰੱਬ ਦੇ ਆਸਰੇ ਪੂਰਨ ਬੇਨਤੀ ਕਰਕੇ ਅਸਾਂ ਨੇ ਕਮਰ ਕੱਸਾ ਕੀਤਾ ਹੈ। ਕਹਿੰਦੇ ਹਨ ਗੁਰੂ ਸਾਹਿਬ ਦੇ ਇਸ ਐਲਾਨ ਤੇ ਇਕਰਾਰ ਨੇ ਜਾਦੂਈ ਅਸਰ ਕੀਤਾ। ਨਰਾਸੇ ਦਿਲਾਂ ਵਿੱਚ ਨਾ ਕੇਵਲ ਆਸ ਦੀ ਜੋਤ ਜਗਾਈ, ਸਗੋਂ ਅਥਾਹ ਜੋਸ਼ ਭਰ ਦਿੱਤਾ। ਹਰ ਇੱਕ ਦੇ ਦਿਲ ਵਿੱਚ ਜੂਝਣ ਦਾ ਚਾਅ ਪੈਦਾ ਹੋ ਗਿਆ। ਹਰ ਕੋਈ ਲੜਨ ਮਰਨ ਨੂੰ ਤਿਆਰ ਹੋ ਗਿਆ। ਤਲਵਾਰਾਂ ਚਮਕਣ ਤੇ ਖੜਕਣ ਲੱਗ ਪਈਆਂ। ਜਵਾਨ ਉੱਠੇ, ਤੇਗਾਂ ਤੇ ਕਮਾਨਾਂ ਸੂਤ ਕੇ ਡਟ ਗਏ। ਇੰਨੇ ਨੂੰ ਪੀਰ ਬੁੱਧੂ ਸ਼ਾਹ ਆਪਣੇ 2 ਭਰਾਵਾਂ, 4 ਪੁੱਤਰਾਂ ਤੇ 700 ਮੁਰੀਦਾਂ ਨੂੰ ਲੈ ਕੇ ਮੈਦਾਨ ਵਿੱਚ ਆ ਗਏ। ਬੜੀ ਗਹਿ-ਗੱਚ ਲੜਾਈ ਹੋਈ। ਮਹੰਤ ਕਿਰਪਾਲ ਤੇ ਲਾਲ ਚੰਦ ਹਲਵਾਈ ਤੇ ਕਈ ਇਹੋ ਜਿਹੇ ਸਨ ਜਿਨ੍ਹਾਂ ਨੇ ਨੰਗੀ ਕਰਦ ਕਦੇ ਹੱਥ ਵਿੱਚ ਨਹੀਂ ਸੀ ਪਕੜੀ, ਯੁੱਧ ਦਾ ਨਾਂ ਨਹੀਂ ਸੀ ਸੁਣਿਆ, ਤਲਵਾਰ ਨੂੰ ਕਦੇ ਹੱਥ ਨਹੀਂ ਸੀ ਲਗਾਇਆ। ਬੈਰੀਆਂ ਦੇ ਅਜਿਹੇ ਆਹੂ ਲਾਹੇ ਕਿ ਪਠਾਨ ਤੇ ਰਾਜਪੂਤ ਹੈਰਾਨ ਰਹਿ ਗਏ। ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੇ ਐਸੀ ਤਲਵਾਰ ਚਲਾਈ ਕਿ ਵੇਖਣ ਵਾਲੇ ਦੰਗ ਰਹਿ ਗਏ। ਪੀਰ ਬੁੱਧੂ ਸ਼ਾਹ ਆਉਂਦਿਆਂ ਸਾਰ ਹੀ ਬੈਰੀਆਂ ਤੇ ਟੁੱਟ ਪਏ। ਮਹੰਤ ਕਿਰਪਾਲ ਦਾ ਜੋਸ਼ ਅੰਤਾਂ ਦਾ ਸੀ। ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹੀਦ ਹੋ ਗਏ, ਪਰ ਉਹ ਰੁਕੇ ਨਹੀਂ। ਗੁਰੂ ਸਾਹਿਬ ਨੇ ਖੁਦ ਵੀ ਰਾਜਾ ਹਰੀ ਚੰਦ ਨੂੰ 3 ਮੌਕੇ ਦੇ ਕੇ ਇੱਕ ਤੀਰ ਨਾਲ ਹੀ ਢਹਿ ਢੇਰੀ ਕਰ ਦਿੱਤਾ। ਦੁਸ਼ਮਣ ਨੇ ਹਾਰ ਮੰਨ ਲਈ। ਗੁਰੂ ਸਾਹਿਬ ਦੀ ਇਹ ਲੜਾਈ ਕੋਈ ਜਰ-ਜਰੂ ਜਾਂ ਜ਼ਮੀਨ ਲਈ ਨਹੀਂ ਸੀ। ਇਹ ਧਰਮ ਤੇ ਨਿਆਂ ਦੀ ਲੜਾਈ ਸੀ। ਜਿੱਤ ਗੁਰੂ ਸਾਹਿਬ ਦੀ ਹੋਈ, ਪਰ ਉਹਨਾਂ ਨੇ ਨਾ ਕੋਈ ਈਨ ਮਣਵਾਈ, ਨਾ ਇਲਾਕਾ ਮੱਲਿਆ, ਨਾ ਬੰਦੇ ਫੜੇ, ਨਾ ਅੰਗ ਵੱਢੇ, ਨਾ ਰਾਜਨੀਤਿਕ ਤੇ ਨਾ ਕੋਈ ਨਿੱਜੀ ਲਾਭ ਉਠਾਇਆ। ਲੜਾਈ ਖਤਮ ਹੋਣ ਤੋਂ ਬਾਅਦ ਗੁਰੂ ਸਾਹਿਬ ਖੇਮੇ ਵਿੱਚ ਬਖਸ਼ਿਸ਼ਾਂ ਵੰਡਣ ਗਏ। ਗੁਰੂ ਸਾਹਿਬ ਖੁਸ਼ ਸਨ। ਪੀਰ ਬੁੱਧੂ ਸ਼ਾਹ ਤੇ ਮਹੰਤ ਕਿਰਪਾਲ ਨੇ ਵਕਤ ਨੂੰ ਸੰਭਾਲ ਲਿਆ। ਗੁਰੂ ਸਾਹਿਬ ਕੰਘਾ ਕਰ ਰਹੇ ਸਨ ਜਦ ਪੀਰ ਬੁੱਧੂ ਸ਼ਾਹ ਤੇ ਮਹੰਤ ਕਿਰਪਾਲ ਅੰਦਰ ਆਏ। ਜਦ ਗੁਰੂ ਸਾਹਿਬ ਨੇ ਕੁਝ ਮੰਗਣ ਵਾਸਤੇ ਕਿਹਾ ਤੇ ਪੀਰ ਬੁੱਧੂ ਸ਼ਾਹ ਨੇ ਕੇਸਾਂ ਵਾਲੇ ਕੰਘੇ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਕੇਸਾਂ ਵਾਲਾ ਕੰਘਾ ਪੀਰ ਬੁੱਧੂ ਸ਼ਾਹ ਨੂੰ ਤੇ ਦੋਨਾਂ ਨੂੰ ਅੱਧੀ ਦਸਤਾਰ, ਛੋਟੀ ਕਿਰਪਾਨ ਤੇ ਹੁਕਮਨਾਮੇ ਦੇ ਕੇ ਵਿਦਾ ਕੀਤਾ। ਭੰਗਾਣੀ ਦਾ ਯੁੱਧ ਇੱਕ ਧਰਮ ਯੁੱਧ ਸੀ ਤੇ ਮਹਾਨ ਜਿੱਤ ਵੀ, ਜਿਸ ਨੇ ਗੁਰੂ ਸਾਹਿਬ ਦੇ ਆਦਰਸ਼ਾਂ ਨੂੰ ਦ੍ਰਿੜਤਾ ਬਖਸ਼ੀ ਤੇ ਕੌਮ ਉਸਾਰੀ ਦੇ ਮਕਸਦ ਨੂੰ ਤਾਕਤ। ਇਹ ਜਿੱਤ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸੀ, ਬਲਕਿ ਅਕਾਲ ਪੁਰਖ ਦੀ ਫਤਿਹ ਸੀ, ਜਿਸ ਨੂੰ ਜਿੱਤਣ ਲਈ ਉਹਨਾਂ ਦੇ ਸੇਵਕਾਂ, ਸਿੱਖ, ਹਿੰਦੂ ਤੇ ਮੁਸਲਮਾਨਾਂ ਨੇ ਸਾਂਝਾ ਖੂਨ ਡੋਲਿਆ ਸੀ। ਇਸ ਪਵਿੱਤਰ ਉਦੇਸ਼ ਸਦਕਾ ਉਹਨਾਂ ਦਾ ਜਸ ਦੂਰ ਦੂਰ ਤੱਕ ਫੈਲ ਗਿਆ। ਦੂਰੋਂ ਦੂਰੋਂ ਬਹੁਤ ਸਾਰੇ ਜਵਾਨ, ਜਿਨ੍ਹਾਂ ਦੀ ਮੰਗ ਸਿਰਫ 2 ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇੱਕ ਜੋੜਾ ਸੀ,
ਇਸ ਧਰਮ ਯੁੱਧ ਵਿੱਚ ਸ਼ਾਮਲ ਹੋਣ ਨੂੰ ਆ ਗਏ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਵਧੇਰੇ ਚਿੰਤਨ ਹੋਣਾ ਪਿਆ। ਇੱਕ ਨਵਾਂ ਦੌਰ ਸ਼ੁਰੂ ਹੋ ਗਿਆ, ਜਿਸ ਵਿੱਚ ਫੌਜ ਭਰਤੀ, ਸੈਨਿਕ ਸਿਖਲਾਈ ਦੇ ਨਾਲ ਨਾਲ ਆਪਣੀ ਫੌਜ ਲਈ ਸਾਧਨ ਪ੍ਰਾਪਤੀ ਤੇ ਕਿਲ੍ਹੇਬੰਦੀ ਵੀ ਸ਼ਾਮਲ ਹੋ ਗਏ। ਗੁਰੂ ਸਾਹਿਬ ਨੂੰ ਇਹ ਤਾਂ ਸਮਝ ਆ ਗਿਆ ਕਿ ਇਹ ਪਹਿਲੀ ਲੜਾਈ ਹੈ, ਪਰ ਆਖਰੀ ਨਹੀਂ। ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਨੂੰ ਕਈ ਜੰਗਾਂ ਸਿਲਸਿਲੇਵਾਰ ਲੜਨੀਆਂ ਪਈਆਂ, ਕਦੇ ਪਹਾੜੀ ਰਾਜਾ ਨਾਲ, ਕਦੇ ਪੂਰੀ ਮੁਗਲ ਹਕੂਮਤ ਨਾਲ ਤੇ ਕਦੇ ਸਰਹੰਦ ਦੇ ਨਵਾਬ ਨਾਲ। ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਪਾਉਂਟਾ ਸਾਹਿਬ ਉਹਨਾਂ ਦੇ ਸਿੱਖਾਂ ਲਈ ਸੁਰੱਖਿਅਤ ਨਹੀਂ ਹੈ। ਉਹਨਾਂ ਨੇ ਵਾਪਸ ਅਨੰਦਪੁਰ ਜਾਣ ਦੀ ਤਿਆਰੀ ਕਰ ਲਈ। ਪਹਾੜੀ ਰਾਜੇ ਮੁਗਲ ਹਕੂਮਤ ਨੂੰ ਖੁਸ਼ ਕਰਨ ਵਿੱਚ ਲੱਗ ਗਏ। ਗੁਰੂ ਸਾਹਿਬ ਨੇ ਆਪਣਾ ਸਾਰਾ ਧਿਆਨ ਅਨੰਦਪੁਰ ਦੀ ਸੁਰੱਖਿਆ ਤੇ ਵਿਕਸਿਤ ਕਰਨ ਵਿੱਚ ਲਗਾ ਦਿੱਤਾ। ਉਹਨਾਂ ਨੇ ਸਿੱਖਾਂ ਦੀ ਫੌਜ ਨੂੰ ਬਕਾਇਦਾ ਜਥੇਬੰਦ ਕੀਤਾ ਤੇ ਸੁਰੱਖਿਆ ਲਈ 5 ਕਿਲ੍ਹੇ ਬਣਵਾਏ। ਇਹਨਾਂ ਕਿਲ੍ਹਿਆਂ ਦੇ ਨਾਮ ਇਸ ਪ੍ਰਕਾਰ ਹਨ: ਪਹਿਲਾ ਕਿਲ੍ਹਾ ਆਨੰਦਗੜ੍ਹ, ਦੂਜਾ ਲੋਹਗੜ੍ਹ, ਤੀਜਾ ਫਤਿਹਗੜ੍ਹ, ਚੌਥਾ ਹੋਲਗੜ੍ਹ ਤੇ ਪੰਜਵਾਂ ਕੇਸਗੜ੍ਹ। ਅਨੰਦਪੁਰ ਵਾਸੀਆਂ ਨੂੰ ਮਜ਼ਬੂਤ ਕਰਨ ਲਈ ਕਵੀਆਂ ਪਾਸੋਂ ਗ੍ਰੰਥ ਸਾਹਿਬ ਦੇ ਅਨੁਵਾਦ ਕਰਾਏ, ਪੁਰਾਤਨ ਜੰਗਾਂ ਦੇ ਕਾਰਨਾਮੇ ਤੇ ਦੇਸ਼ ਸੇਵਾ ਲਈ ਮਰ ਮਿਟਣ ਦੇ ਗੀਤ ਲਿਖਵਾਏ। ਕਿਰਤ ਕਮਾਈ ਵੰਡ ਸਕਣ ਤੇ ਸਿਮਰਨ ਕਰਨ ਤੇ ਪੰਥਕ ਜਥੇਬੰਦੀ ਦੇ ਮੁੱਢਲੇ ਅਸੂਲ ਕਾਇਮ ਕੀਤੇ। ਇਸ ਤਰ੍ਹਾਂ ਫੌਜ ਨੂੰ ਬੈਰੀਆਂ ਦੇ ਟਾਕਰੇ ਧਰਮ ਯੁੱਧ ਲਈ ਪੂਰੀ ਤਰ੍ਹਾਂ ਤਿਆਰ ਕੀਤਾ। 1670 ਵਿੱਚ ਔਰੰਗਜ਼ੇਬ, ਜੋ ਪਿਛਲੇ 8 ਸਾਲਾਂ ਤੋਂ ਦੱਖਣ ਵਿੱਚ ਮਰਹੱਟਿਆਂ ਨਾਲ ਲੜ ਰਿਹਾ ਸੀ, ਇੰਨੀ ਵੱਡੀ ਫੌਜ ਲਈ ਅੰਨ ਤੇ ਧਨ ਦੀ ਜ਼ਰੂਰਤ ਪੈ ਗਈ, ਜਿਸ ਦੀ ਪੂਰਤੀ ਉੱਤਰੀ ਪੂਰਬੀ ਸੂਬਿਆਂ ਤੇ ਭਾਰੀ ਟੈਕਸ ਲਗਾ ਕੇ ਕੀਤੀ ਜਾਂਦੀ ਸੀ। ਉਸਨੇ ਸਭ ਸੂਬਿਆਂ ਵਿੱਚ ਹੁਕਮ ਭੇਜਿਆ ਕਿ ਜਲਦੀ ਤੋਂ ਜਲਦੀ ਮੈਨੂੰ ਲਗਾਨ ਇਕੱਠਾ ਕਰਕੇ ਭੇਜੋ। ਪਹਾੜੀ ਰਾਜੇ ਲਗਾਨ ਨਹੀਂ ਸੀ ਦੇਣਾ ਚਾਹੁੰਦੇ। ਗੁਰੂ ਸਾਹਿਬ ਵੀ ਇਸ ਲਗਾਨ ਦੇ ਵਿਰੁੱਧ ਸੀ, ਜੋ ਸਿਰਫ ਹਿੰਦੂਆਂ 'ਤੇ ਲਗਾਇਆ ਜਾਂਦਾ ਸੀ। ਪਹਾੜੀ ਰਾਜਾ ਨੇ ਸੋਚਿਆ ਕਿ ਕਿਉਂ ਨਾ ਗੁਰੂ ਸਾਹਿਬ ਆਪਣੇ ਨਾਲ ਮਿਲਾ ਲਿਆ ਜਾਵੇ। ਉਹਨਾਂ ਨੇ ਗੁਰੂ ਸਾਹਿਬ ਤੋਂ ਮਾਫੀਆਂ ਮੰਗੀਆਂ ਤੇ ਸਹਾਇਤਾ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਦੀ ਦੂਜੀ ਜੰਗ ਅਲਫ ਖਾਨ ਨਾਲ ਸੀ। ਇੱਥੇ ਗੁਰੂ ਸਾਹਿਬ ਤੇ ਰਾਜਿਆਂ ਦੀ ਰਲਵੀਂ ਮਿਲਵੀਂ ਫੌਜ ਨਾਲ ਅਲਫ ਖਾਨ, ਜੋ ਖਿਰਾਜ ਇਕੱਠਾ ਕਰਨ ਆਇਆ ਸੀ, ਉਸ ਨਾਲ ਜ਼ੋਰਦਾਰ ਟੱਕਰ ਹੋਈ। ਅਲਫ ਖਾਨ ਮੈਦਾਨ ਛੱਡ ਕੇ ਭੱਜ ਗਿਆ। ਜਿੱਤ ਦੀ ਖੁਸ਼ੀ ਵਿੱਚ ਰਾਜਾ ਭੀਮ ਚੰਦ ਬਹੁਤ ਸਾਰੀਆਂ ਅਣਮੁੱਲੀਆਂ ਭੇਟਾਵਾਂ ਲੈ ਕੇ ਗੁਰੂ ਸਾਹਿਬ ਕੋਲ ਆਇਆ। ਗੁਰੂ ਸਾਹਿਬ ਦੀ ਤੀਜੀ ਲੜਾਈ ਰੁਸਤਮ ਖਾਨ ਨਾਲ ਸੀ। ਜਦੋਂ ਲਾਹੌਰ ਦੇ ਸੂਬੇ ਨੂੰ ਅਲਫ ਖਾਨ ਦੇ ਹਾਰ ਦੀ ਖਬਰ ਮਿਲੀ ਤਾਂ ਉਸਨੇ ਆਪਣੇ ਪੁੱਤਰ ਨੂੰ ਗੁਰੂ ਸਾਹਿਬ 'ਤੇ ਚੜ੍ਹਾਈ ਕਰਨ ਲਈ ਭੇਜਿਆ। ਜਦੋਂ ਪਠਾਨਾਂ ਦਾ ਦਲ ਨਦੀ ਪਾਰ ਪਹੁੰਚਿਆ ਤਾਂ ਗੁਰੂ ਸਾਹਿਬ ਦੀਆਂ ਫੌਜਾਂ ਤਿਆਰ ਹੋ ਗਈਆਂ। ਜੈਕਾਰਾ ਛੱਡਿਆ ਗਿਆ ਤੇ ਬੰਦੂਕਾਂ ਚੱਲੀਆਂ। ਪਠਾਨ ਇਹਨਾਂ ਜੈਕਾਰਿਆਂ ਦੀ ਆਵਾਜ਼ ਸੁਣ ਕੇ ਇੰਨਾ ਡਰ ਗਏ ਕਿ ਮੈਦਾਨ ਛੱਡ ਕੇ ਭੱਜਣ ਵਿੱਚ ਹੀ ਉਹਨਾਂ ਨੇ ਆਪਣੀ ਖੈਰੀਅਤ ਸਮਝੀ। ਗੁਰੂ ਸਾਹਿਬ ਦੀ ਚੌਥੀ ਲੜਾਈ
ਹੁਸੈਣੀ ਨਾਲ ਸੀ। ਹੁਸੈਣੀ ਦਿਲਾਵਰ ਖਾਨ ਦਾ ਪੁੱਤਰ ਫੌਜਾਂ ਲੈ ਕੇ ਅਨੰਦਪੁਰ ਸਾਹਿਬ ਗੁਰੂ ਸਾਹਿਬ 'ਤੇ ਹਮਲਾ ਕਰਨ ਲਈ ਆਇਆ। ਰਸਤੇ ਵਿੱਚ ਉਹਨਾਂ ਨੇ ਪਹਾੜੀ ਰਾਜਿਆਂ 'ਤੇ ਚੜ੍ਹਾਈ ਕਰ ਦਿੱਤੀ। ਖੂਬ ਲੁੱਟਿਆ ਕੁੱਟਿਆ, ਜਿਸ ਤੋਂ ਡਰ ਕੇ ਪਹਾੜੀ ਰਾਜੇ ਹੁਸੈਣੀ ਨਾਲ ਮਿਲ ਗਏ। ਪਰ ਲਗਾਨ ਪਿੱਛੇ ਉਹਨਾਂ ਦਾ ਆਪਸ ਵਿੱਚ ਮਤਭੇਦ ਹੋ ਗਿਆ, ਜਿਸ ਵਿੱਚ ਕਿਰਪਾਲ, ਉਸਦੇ ਸਾਥੀ ਤੇ ਹੁਸੈਣੀ ਸਭ ਮਾਰੇ ਗਏ। ਲੜਾਈ ਤੋਂ ਪਹਿਲਾਂ ਹੀ ਲੜਾਈ ਖਤਮ ਹੋ ਗਈ। ਜਦੋਂ ਹੁਸੈਣੀ ਦਾ ਮਰਨਾ ਦਿਲਾਵਰ ਖਾਨ ਨੇ ਸੁਣਿਆ ਤਾਂ ਬੜੇ ਕ੍ਰੋਧ ਵਿੱਚ ਆ ਕੇ ਇੱਕ ਫੌਜੀ ਸਰਦਾਰ ਝੁਝਾਰ ਸਿੰਘ ਰਾਜਪੂਤ ਨੂੰ ਫੌਜ ਦੇ ਕੇ ਭੇਜਿਆ। ਉਹ ਵੀ ਲੜਾਈ ਵਿੱਚ ਮਾਰਿਆ ਗਿਆ ਤੇ ਸ਼ਾਹੀ ਸੈਨਾ ਲਾਹੌਰ ਨੂੰ ਭੱਜ ਗਈ। ਗੁਰੂ ਸਾਹਿਬ ਆਪਣੀਆਂ ਫੌਜਾਂ ਦਾ ਸੰਗਠਨ ਕਰਨ ਵਿੱਚ ਲੱਗ ਗਏ। ਯੁੱਧ ਦੇ ਰੰਗਾਂ ਢੰਗਾਂ ਦੀ ਸਿਖਲਾਈ, ਸ਼ਸਤਰ ਤਿਆਰ ਕਰਨਾ, ਦਰਬਾਰ ਲਗਾਉਣਾ, ਬਾਣੀ ਦੀ ਰਚਨਾ ਤੇ ਉਹਨਾਂ ਦਾ ਅਨੁਵਾਦ, ਮਹਾਭਾਰਤ, ਗੀਤਾ ਤੇ ਰਾਮਾਇਣ ਦੇ ਅਨੁਵਾਦ। ਗੁਰੂ ਸਾਹਿਬ ਦੇ ਦਰਬਾਰ ਵਿੱਚ ਇੱਕ ਪੰਡਤ ਕਥਾ ਕਰਦਾ ਸੀ। ਗੁਰੂ ਸਾਹਿਬ ਨੇ ਉਸ ਨੂੰ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣ ਵਾਸਤੇ ਕਿਹਾ। ਉਸ ਦਾ ਜਵਾਬ ਸੀ, ਆਪ ਜੀ ਦੇ ਸਿੰਘ ਨੀਵੀਆਂ ਜਾਤੀਆਂ ਵਿੱਚੋਂ ਹਨ, ਉਹਨਾਂ ਨੂੰ ਆਗਿਆ ਨਹੀਂ ਸੰਸਕ੍ਰਿਤ ਪੜ੍ਹਾਉਣ ਦੀ। ਸੰਸਕ੍ਰਿਤ ਪੜ੍ਹਨਾ ਸਿਰਫ ਬ੍ਰਾਹਮਣਾਂ ਦਾ ਹੱਕ ਹੈ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਪੰਡਤ ਜੀ, ਉਹ ਸਮਾਂ ਆਉਣ ਵਾਲਾ ਹੈ ਕਿ ਸਾਡੇ ਸਿੱਖ ਇਹ ਵਿੱਦਿਆ ਪੜ੍ਹ ਕੇ ਵਿਦਵਾਨ ਬਣਨਗੇ। ਬ੍ਰਾਹਮਣ ਲੋਕ ਇਹਨਾਂ ਦੇ ਪੈਰਾਂ ਵਿੱਚ ਬੈਠ ਕੇ ਇਹਨਾਂ ਤੋਂ ਵਿੱਦਿਆ ਪੜ੍ਹਨਗੇ। ਉਹਨਾਂ ਨੇ 5 ਸਿੱਖਾਂ ਨੂੰ ਸੰਸਕ੍ਰਿਤ ਪੜ੍ਹਨ ਲਈ ਕਾਂਸੀ ਤੇ ਬਨਾਰਸ ਭੇਜਿਆ। ਇਹ ਲੋਕ ਯੁੱਧਾਂ 'ਤੇ ਨਹੀਂ ਸੀ ਜਾਂਦੇ, ਸਿਰਫ ਪੜ੍ਹਾਉਣ ਦਾ ਕੰਮ ਕਰਦੇ ਸੀ। ਇਹਨਾਂ ਨੂੰ ਨਿਰਮਲੇ ਸੰਤ ਕਿਹਾ ਜਾਂਦਾ ਸੀ। ਅਲਫ ਖਾਨ ਅਤੇ ਦਿਲਾਵਰ ਖਾਨ ਦੀਆਂ ਹਾਰਾਂ, ਹੁਸੈਣੀ ਦਾ ਮਾਰਿਆ ਜਾਣਾ, ਸਭ ਖਬਰਾਂ ਜਦ ਔਰੰਗਜ਼ੇਬ ਨੂੰ ਮਿਲੀਆਂ, ਉਸਨੂੰ ਬੜੀ ਚਿੰਤਾ ਹੋਈ। ਉਸਨੇ ਆਪਣੇ ਪੁੱਤਰ ਮੁਆਜ਼ਮ ਨੂੰ ਪੰਜਾਬ ਵਿੱਚ ਫੈਲੀ ਬਦਅਮਨੀ ਨੂੰ ਦਬਾਉਣ ਵਾਸਤੇ ਭੇਜਿਆ। ਪਰ ਉਸ ਵਕਤ ਤੱਕ ਗੁਰੂ ਸਾਹਿਬ ਦੀ ਤਾਕਤ ਇੰਨੀ ਵੱਧ ਚੁੱਕੀ ਸੀ, ਉਹ ਗੁਰੂ ਸਾਹਿਬ ਦੀ ਕਦਰ ਵੀ ਕਰਦਾ ਸੀ, ਜਿਸ ਕਰਕੇ ਉਸਨੇ ਸੁਲਹ ਸਫਾਈ ਵਿੱਚ ਹੀ ਬਿਹਤਰੀ ਸਮਝੀ। ਲਾਹੌਰ ਬੈਠ ਕੇ ਜਦ ਔਰੰਗਜ਼ੇਬ ਨੂੰ ਸਾਰੇ ਹਾਲਾਤਾਂ ਦਾ ਪਤਾ ਚੱਲਿਆ ਕਿ ਕਈ ਸਾਲਾਂ ਦਾ ਲਗਾਨ ਪਹਾੜੀ ਰਾਜਿਆਂ ਵੱਲ ਰਹਿੰਦਾ ਹੈ, ਜਦ ਵੀ ਕੋਈ ਅਫਸਰ ਮਾਮਲੇ ਨੂੰ ਲੈਣ ਲਈ ਭੇਜਿਆ ਜਾਂਦਾ ਤਾਂ ਉਸ ਨਾਲ ਲੜਾਈ ਕਰਕੇ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਕਰ ਦਿੰਦੇ ਸਨ। ਉਸਨੇ ਮਿਰਜ਼ਾ ਬੇਗ ਨੂੰ ਬਹੁਤ ਵੱਡੀ ਫੌਜ ਦੇ ਕੇ ਇਹਨਾਂ ਪਹਾੜੀ ਰਾਜਿਆਂ ਤੋਂ ਮਾਮਲਾ ਉਗਰਾਹ ਕਰਨ ਲਈ ਭੇਜਿਆ। ਸਭ ਰਾਜਿਆਂ ਨੇ ਹੱਥ ਜੋੜ ਕੇ ਮਾਫੀਆਂ ਮੰਗੀਆਂ ਤੇ ਸਾਰਾ ਮਾਮਲਾ ਵੀ ਤਾਰ ਦਿੱਤਾ। 5-6 ਸਾਲ ਅਮਨ ਅਮਾਨ ਨਾਲ ਲੰਘੇ। ਇੱਕ ਦਿਨ ਗੁਰੂ ਸਾਹਿਬ ਨੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਭੋਜ 'ਤੇ ਸੱਦਿਆ। ਇੱਕ ਪਾਸੇ ਮਹਾਂਪ੍ਰਸਾਦ ਦਾ ਲੰਗਰ ਤੇ ਦੂਜੇ ਪਾਸੇ ਵੈਸ਼ਨੂੰ ਭੋਜ ਸੀ। ਗੁਰੂ ਸਾਹਿਬ ਨੇ ਇਹ ਕਹਾ ਦਿੱਤਾ ਕਿ ਮਹਾਂਪ੍ਰਸਾਦ ਪਾਸੇ ਲੰਗਰ ਦੇ ਨਾਲ 5 ਮੋਹਰਾਂ ਤੇ ਵੈਸ਼ਨੂੰ ਭੋਜ ਵਾਲੇ ਪਾਸੇ 2-2 ਮੋਹਰਾਂ ਭੇਟ ਕੀਤੀਆਂ ਜਾਣਗੀਆਂ। ਬਹੁਤ ਸਾਰੇ ਬ੍ਰਾਹਮਣ 5-5 ਮੋਹਰਾਂ ਦੇ ਲਾਲਚ ਵਿੱਚ ਮਹਾਂਪ੍ਰਸਾਦ ਵਾਲੇ ਪਾਸੇ ਚਲੇ ਗਏ। ਜੋ ਵੈਸ਼ਨੂੰ ਭੋਜ ਪਾਸੇ ਗਏ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਕਿਹਾ, ਤੁਸੀਂ ਧਨਤਾ ਦੇ ਯੋਗ ਹੋ। ਜੋ ਸਹੀ ਪੰਡਤ ਸੀ ਉਹ ਖੁਸ਼ ਹੋਏ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਜੇ ਤੁਸੀਂ ਦੇਵੀ ਸਿੱਧ ਕਰ ਲਓ ਤਾਂ ਤੁਹਾਡੀ ਹਮੇਸ਼ਾ ਹੀ ਜਿੱਤ ਹੋਵੇਗੀ। ਗੁਰੂ ਸਾਹਿਬ ਨੇ ਉਹਨਾਂ ਦਾ ਇਹ ਭਰਮ ਜਾਲ ਵੀ ਦੂਰ ਕਰਨਾ ਸੀ।
ਸੋ ਹਾਂ ਕਰ ਦਿੱਤੀ। ਪੰਡਿਤ ਕਿਸ਼ਨ ਨੂੰ ਸੱਦਾ ਦਿੱਤਾ ਗਿਆ। ਗੁਰੂ ਸਾਹਿਬ ਨੇ ਮੂੰਹੋਂ ਮੰਗਿਆ ਧਨ ਦੌਲਤ ਦਿੱਤੀ। 9 ਮਹੀਨੇ ਲਗਾਤਾਰ ਹਵਨ ਕੁੰਡ ਵਿੱਚ ਆਹੂਤੀਆਂ ਪਾਉਂਦਾ ਰਿਹਾ। ਕੋਈ ਦੇਵੀ ਪ੍ਰਗਟ ਨਹੀਂ ਹੋਈ। ਇੱਕ ਦਿਨ ਗੁਰੂ ਸਾਹਿਬ ਨੇ ਸਾਰੀ ਆਹੂਤੀ ਹਵਨ ਕੁੰਡ ਵਿੱਚ ਪਾ ਦਿੱਤੀ। ਮਿਆਨ ਵਿੱਚੋਂ ਤਲਵਾਰ ਕੱਢ ਕੇ ਉਲਾਰੀ ਤੇ ਕਿਹਾ, ਇਹ ਸਾਡੀ ਦੇਵੀ ਸ਼ਕਤੀ ਹੈ ਜੋ ਜ਼ੁਲਮ ਨਾਲ ਟੱਕਰ ਲੈ ਸਕਦੀ ਹੈ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।